ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਐਮਏ ਪੰਜਾਬੀ ਵਿੱਚ ਦਾਖਲਾ ਲੈਣ ਵਾਲੇ ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਇਹ ਵੀਡੀਓ ਐਮਏ ਪੰਜਾਬੀ ਭਾਗ ਪਹਿਲਾ ਸਮੈਸਟਰ ਪਹਿਲਾ ਦੇ 5ਵੇਂ ਪੇਪਰ ਆਧੁਨਿਕ ਪੰਜਾਬੀ ਗਲਪ ਦੇ ਸਿਲੇਬਸ ਨੂੰ ਸਮਝਾਉਣ ਲਈ ਬਣਾਈ ਗਈ ਹੈ। ਨਿਸ਼ਚੈ ਹੈ ਕਿ ਤੁਹਾਡੇ ਮਨ 'ਚ ਹੁਣ ਇਹ ਸਵਾਲ ਆਉਂਦਾ ਹੋਵੇਗਾ ਕਿ ਸਾਨੂੰ ਐਮਏ ਪੰਜਾਬੀ ਦਾ ਸਿਲੇਬਸ ਜਾਂ ਇਸ ਪੇਪਰ ਦਾ ਜਿਹੜਾ ਸਿਲੇਬਸ ਉਹ ਕਿੱਥੋਂ ਮਿਲੇਗਾ। ਟੈਕਨੋਲੋਜੀ ਦੇ ਯੁੱਗ ਵਿੱਚ ਤੁਹਾਨੂੰ ਸਿਲੇਬਸ ਲੈਣ ਲਈ, ਸਿਲੇਬਸ ਨਾਲ ਸੰਬੰਧਿਤ ਪਾਠ ਸਮੱਗਰੀ ਭਾਵ ਲੈਸਨ ਲੈਣ ਲਈ ਬਹੁਤਾ ਤਰੱਦਦ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਆਪਣਾ ਸਿਲੇਬਸ ਨਾਲ ਸੰਬੰਧਿਤ ਪਾਠ ਸਮੱਗਰੀ ਡਿਸਟੈਂਸ ਐਜੂਕੇਸ਼ਨ ਵਿਭਾਗ ਦੀ ਵੈਬਸਾਈਟ ਤੋਂ ਲੈ ਸਕਦੇ ਹੋ। ਤੇ ਇਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਵਿਭਾਗ ਦੀ ਵੈਬਸਾਈਟ ਤੇ ਜਾਣਾ, ਉੱਥੇ ਤੁਹਾਡੇ ਲੈਸਨ ਹੈ ਜਿਹੜੇ ਉਹ ਅਪਲੋਡ ਕਰ ਦਿੱਤੇ ਗਏ ਹਨ। ਤੁਸੀਂ ਉਹਨਾਂ ਨੂੰ ਡਾਊਨਲੋਡ ਕਰ ਲੈਣਾ ਹੈ ਤੇ ਡਾਊਨਲੋਡ ਕਰਕੇ ਪੜ੍ਹਨਾ ਸ਼ੁਰੂ ਕਰ ਦੇਣਾ ਹੈ, ਤਾਂ ਕਿ ਜਦੋਂ ਤੁਸੀਂ ਵਿਭਾਗ ਵਿਖੇ ਪੀਸੀਪੀ ਲਗਾਉਣ ਆਵੋ ਤਾਂ ਤੁਹਾਡੇ ਸਿਲੇਬਸ ਸੰਬੰਧੀ ਜਾਂ ਲੈਸਨਾਂ ਸੰਬੰਧੀ ਤੁਹਾਡੇ ਮਨ 'ਚ ਜਿਹੜੇ ਸਵਾਲ ਹੋਣ ਜਾਂ ਸ਼ੰਕੇ ਹੋਣ, ਉਹਦੇ ਨਾਲ ਤੁਸੀਂ ਅਧਿਆਪਕਾਂ ਨਾਲ ਗੱਲ ਕਰ ਸਕੋ। ਅਗਲੀ ਗੱਲ ਇਹ ਹੈ ਕਿ ਸਿਲੇਬਸ ਨੂੰ ਸਮਝਾਉਣ ਲਈ ਸੰਬੰਧਿਤ ਸਿਲੇਬਸ ਨਾਲ ਸੰਬੰਧਿਤ ਅਧਿਆਪਕ ਦੀ ਵੀਡੀਓ ਵੀ ਡਿਸਟੈਂਸ ਐਜੂਕੇਸ਼ਨ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤੀ ਹੋਈ ਹੈ। ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਹੈ, ਦੇਖਣਾ ਹੈ। ਹੁਣ ਮੈਂ ਗੱਲ ਕਰਾਂਗੀ ਇਸ ਪੇਪਰ ਦੀ ਆਧੁਨਿਕ ਪੰਜਾਬੀ ਗਲਪ ਦੀ, ਜਿਸ ਨੂੰ ਇਲੈਕਟਿਵ ਕੋਰਸ 5 ਵੀ ਕਿਹਾ ਜਾਂਦਾ ਹੈ, ਕਿ ਇਸ ਪੇਪਰ ਦਾ ਸਿਲੇਬਸ ਕੀ ਹੈ, ਭਾਵ ਕਿ ਇਸ ਪੇਪਰ ਦੇ ਵਿੱਚ ਤੁਹਾਨੂੰ ਕੀ ਪੜ੍ਹਾਇਆ ਜਾਵੇਗਾ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਸ ਪੇਪਰ ਨੂੰ ਦੋਨੋਂ ਸਮੈਸਟਰ ਵਿੱਚ ਪੜ੍ਹਨਾ ਹੈ, ਸਮੈਸਟਰ ਪਹਿਲਾ ਵਿੱਚ ਅਤੇ ਸਮੈਸਟਰ ਦੂਜਾ ਵਿੱਚ। ਬਸ ਫਰਕ ਸਿਰਫ ਇਹ ਹੈ ਕਿ ਪਹਿਲੇ ਸਮੈਸਟਰ ਵਿੱਚ ਤੁਸੀਂ ਨਾਵਲ ਦੇ ਸਿਧਾਂਤ ਬਾਰੇ ਤੇ ਉਸ ਨਾਲ ਸੰਬੰਧਿਤ ਨਾਵਲਕਾਰਾਂ ਦੇ ਨਾਵਲ ਪੜ੍ਹੋਗੇ, ਤੇ ਦੂਜੇ ਸਮੈਸਟਰ ਵਿੱਚ ਕਹਾਣੀ ਦੇ ਸਿਧਾਂਤ ਬਾਰੇ ਤੇ ਉਸ ਨਾਲ ਸੰਬੰਧਿਤ ਜਿਹੜੀਆਂ ਤੁਹਾਡੇ ਸਿਲੇਬਸ 'ਚ ਕਹਾਣੀਕਾਰਾਂ ਦੀਆਂ ਕਿਤਾਬਾਂ ਲੱਗੀਆਂ ਹੋਈਆਂ ਨੇ ਉਹ ਪੜ੍ਹੋਗੇ। ਹੁਣ ਅਸੀਂ ਆਉਣੇ ਆ ਪਹਿਲੇ ਸਮੈਸਟਰ ਵੱਲ, ਕਿ ਪਹਿਲੇ ਸਮੈਸਟਰ ਦਾ ਸਿਲੇਬਸ ਕੀ ਹੈ। ਪਹਿਲੀ ਗੱਲ ਤਾਂ ਕਿ ਇਸ ਜਿਹੜਾ ਪੇਪਰ ਦਾ ਸਿਲੇਬਸ ਹੈ ਉਹ 3 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ, ਭਾਗ ਊੜਾ, ਭਾਗ ਐੜਾ ਤੇ ਭਾਗ ਈੜੀ। ਭਾਗ ਊੜਾ ਵਾਲੇ ਹਿੱਸੇ ਦੇ ਵਿੱਚ ਤੁਹਾਡੀ ਜਿਹੜੀ ਕਿਤਾਬ ਹੈ ਗਲਪ ਸਿਧਾਂਤ ਉਹ ਲੱਗੀ ਹੋਈ ਹੈ। ਇਹ ਕਿਤਾਬ ਪਬਲੀਕੇਸ਼ਨ ਬਿਊਰੋ ਦੁਆਰਾ ਛਾਪੀ ਹੋਈ ਹੈ ਤੇ ਤੁਸੀਂ ਇਸ ਪੁਸਤਕ ਨੂੰ ਖਰੀਦਣਾ ਵੀ ਜ਼ਰੂਰ ਹੈ ਤੇ ਪੜ੍ਹਨਾ ਵੀ ਜ਼ਰੂਰ ਹੈ। ਖਰੀਦਣਾ ਇਸ ਲਈ ਜ਼ਰੂਰੀ ਹੈ ਕਿ ਇਹ ਜਿਹੜੀ ਪੁਸਤਕ ਹੈ ਤੁਹਾਡੇ ਦੋਨੋਂ ਸਮੈਸਟਰ ਭਾਵ ਸਮੈਸਟਰ ਪਹਿਲਾ ਅਤੇ ਸਮੈਸਟਰ ਦੂਜਾ ਵਿੱਚ ਲੱਗੀ ਹੋਈ ਹੈ। ਤੇ ਪੜ੍ਹਨਾ ਇਸ ਲਈ ਜ਼ਰੂਰੀ ਹੈ ਕਿ ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਗਲਪ ਦੀਆਂ 2 ਮੁੱਖ ਵਿਧਾਵਾਂ ਨਾਵਲ ਅਤੇ ਕਹਾਣੀ ਬਾਰੇ ਜਿਹੜਾ ਸਮਝ ਸਕੋਗੇ। ਉਹਦੀ ਸਿਧਾਂਤਕਾਰੀ ਬਾਰੇ ਜਿਹੜੀ ਤੁਹਾਡੀ ਸਮਝ ਹੈ ਉਹ ਹੋਰ ਵਿਕਸਿਤ ਹੋ ਸਕੇਗੀ। ਪਰ ਮਹੱਤਵਪੂਰਨ ਗੱਲ ਇੱਥੇ ਇਹ ਹੈ ਕਿ ਇਸ ਸਮੈਸਟਰ ਦੇ ਵਿੱਚ ਭਾਵ ਪਹਿਲੇ ਸਮੈਸਟਰ ਦੇ ਵਿੱਚ ਤੁਸੀਂ ਸਿਰਫ ਨਾਵਲ ਸਿਧਾਂਤ ਵਾਲਾ ਹਿੱਸਾ ਪੜ੍ਹਨਾ ਹੈ। ਤੇ ਉਸ ਹਿੱਸੇ ਦੇ ਵਿੱਚ ਜਦੋਂ ਅਸੀਂ ਉਸ ਪੁਸਤਕ ਨੂੰ ਦੇਖਦੇ ਹਾਂ ਤਾਂ 10 ਅਲੇਖ ਜਿਹੜੇ ਉਹ ਸ਼ਾਮਲ ਕੀਤੇ ਗਏ ਹਨ। ਤੇ ਇਹ ਲੇਖਾਂ ਦੀ ਜਦੋਂ ਚੋਣ ਕੀਤੀ ਗਈ ਹੈ ਤਾਂ ਇਸ ਗੱਲ ਵੱਲ ਖਾਸ ਧਿਆਨ ਰੱਖਿਆ ਗਿਆ ਹੈ ਕਿ ਨਾਵਲ ਦੀ ਜਿਹੜੀ ਸਿਧਾਂਤਕਾਰੀ ਨੂੰ ਵੱਖਰੇ ਵੱਖਰੇ ਪਹਿਲੂਆਂ ਤੋਂ ਸਮਝਿਆ ਜਾਵੇ। ਤੇ ਇਸੇ ਲਈ ਇਸ ਪੁਸਤਕ ਦੇ ਵਿੱਚ ਜਿਹੜੀ ਆਪਾਂ ਕਹੀਏ ਕਿ ਸੁਖਦੇਵ ਸਿੰਘ ਖਾਰਾ ਦਾ ਲੇਖ ਸ਼ਾਮਲ ਹੈ, ਗੁਰਪਾਲ ਸਿੰਘ ਸੰਧੂ, ਸੁਰਜੀਤ ਸਿੰਘ, ਹਰਦਰਸ਼ਨ ਸਿੰਘ, ਨਿਰੰਜਨ ਤਸਨੀਮ, ਸਵਿੰਦਰ ਸਿੰਘ ਉੱਪਲ ਦੇ ਜਿਹੜੇ ਅਲੇਖ ਹੈ ਉਹ ਸ਼ਾਮਲ ਕੀਤੇ ਗਏ ਹਨ। ਹੁਣ ਆਉਂਦਾ ਹੈ ਸਿਲੇਬਸ ਦਾ ਭਾਗ ਆੜਾ। ਭਾਗ ਆੜਾ ਦੇ ਵਿੱਚ ਤੁਹਾਨੂੰ 4 ਨਾਵਲ ਲੱਗੇ ਹੋਏ ਨੇ, ਅੱਧ ਚਾਨਣੀ ਰਾਤ, ਆਖਰੀ ਬਾਬੇ, ਪੰਧ ਅਤੇ ਲੰਘੇ ਦਰਿਆ। ਅੱਧ ਚਾਨਣੀ ਰਾਤ ਜਿਹੜਾ ਨਾਵਲ ਹੈ ਉਹ ਪ੍ਰਸਿੱਧ ਨਾਵਲਕਾਰ ਗੁਰਦਿਆਲ ਸਿੰਘ ਦਾ ਲਿਖਿਆ ਹੋਇਆ ਹੈ, ਤੇ ਇਸੇ ਤਰ੍ਹਾਂ ਹੀ ਜਿਹੜਾ ਆਖਰੀ ਬਾਬੇ ਆ ਉਹ ਜਸਵੀਰ ਮੰਡ ਦਾ ਚਰਚਿਤ ਨਾਵਲ ਹੈ। ਇਹ ਦੋਨੋਂ ਨਾਵਲ ਹੈ ਜਿਹੜੇ ਉਹ ਪੰਜਾਬੀ ਸਮਾਜ ਦੀ ਤਸਵੀਰ ਪੇਸ਼ ਕਰਦੇ ਨੇ। ਤੇ ਜਿਹੜਾ ਤੁਹਾਡਾ ਪੰਧ ਨਾਵਲ ਹੈ ਤੁਹਾਡੇ ਸਿਲੇਬਸ 'ਚ ਉਹ ਪਾਕਿਸਤਾਨੀ ਲੇਖਕ ਅਫਜ਼ਲ ਅਹਿਸਨ ਰੰਧਾਵਾ ਦਾ ਲਿਖਿਆ ਹੋਇਆ ਹੈ, ਜੋ ਕਿ ਪਾਕਿਸਤਾਨੀ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ। ਤੁਹਾਡੇ ਕੋਲ ਇੱਕੋ ਇੱਕ ਨਾਰੀ ਲੇਖਿਕਾ ਦਾ ਨਾਵਲ ਹੈ, ਉਹ ਹੈ ਲੰਘੇ ਦਰਿਆ, ਜੋ ਕਿ ਦਲੀਪ ਕੌਰ ਟਿਵਾਣਾ ਦਾ ਲਿਖਿਆ ਗਿਆ ਹੈ, ਜਿਹੜੀ ਕਿ ਉਹਨਾਂ ਦੀ ਆਪਾਂ ਮੰਨੀਏ ਕਿ ਰਚਨਾ ਸੰਸਾਰ ਦੇ ਵਿੱਚ ਮਹੱਤਵਪੂਰਨ ਕਿਰਤ ਹੈ। ਹੁਣ ਉਹਦਾ ਸਿਲੇਬਸ ਦਾ ਤੀਜਾ ਹਿੱਸਾ ਭਾਗ ਈੜੀ। ਇਸ ਹਿੱਸੇ ਦੇ ਵਿੱਚ ਤੁਹਾਨੂੰ ਜੋ ਮੈਂ ਸਿਲੇਬਸ ਹੁਣ ਤੱਕ ਭਾਗ ਊੜਾ ਅਤੇ ਭਾਗ ਆੜਾ ਵਿੱਚ ਦੱਸਿਆ ਹੈ ਉਸ ਨਾਲ ਸੰਬੰਧਿਤ ਸੰਖੇਪ ਪ੍ਰਸ਼ਨ ਜਿਹੜੇ ਉਹ ਪੁੱਛੇ ਜਾਣਗੇ।
ਸਿਲੇਬਸ ਨੂੰ ਸਮਝਾਉਣ ਤੋਂ ਬਾਅਦ ਜਿਹੜੀ ਅਗਲੀ ਮਹੱਤਵਪੂਰਨ ਗੱਲ ਆਉਂਦੀ ਆ ਉਹ ਹੈਗੀ ਆ ਕਿ ਸਿਲੇਬਸ ਦੇ ਅਖੀਰ ਵਿੱਚ ਸਹਾਇਕ ਪੁਸਤਕ ਸੂਚੀ ਦਿੱਤੀ ਹੋਈ ਹੈ। ਤੁਸੀਂ ਇਸ ਪੁਸਤਕ ਸੂਚੀ ਵਿਚਲੀਆਂ ਪੁਸਤਕਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਕਿਉਂਕਿ ਇਹ ਪੁਸਤਕਾਂ ਤੁਹਾਨੂੰ ਨਾਵਲ ਦੀ ਸਿਧਾਂਤਕਾਰੀ ਨੂੰ ਸਮਝਣ ਵਿੱਚ, ਇਹ ਭਾਵ ਕਿ ਡੂੰਘੇ ਰੂਪ ਵਿੱਚ ਸਮਝਣ ਵਿੱਚ ਸਹਾਈ ਹੋਣਗੀਆਂ। ਮੈਨੂੰ ਇਹ ਵੀ ਲੱਗਦਾ ਹੈ ਕਿ ਤੁਸੀਂ ਐਮਏ ਪੰਜਾਬੀ ਭਾਗ ਪਹਿਲਾ ਸਮੈਸਟਰ ਪਹਿਲਾ ਦੇ ਵਿਦਿਆਰਥੀ ਹੋ, ਇਸ ਲਈ ਤੁਹਾਨੂੰ ਇਸ ਗੱਲ ਦਾ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਇਸ ਸਿਲੇਬਸ ਦੇ ਵਿੱਚ ਜਿਹੜੀ ਅੰਕਾਂ ਦੀ ਵੰਡ ਆ ਉਹ ਕਿਸ ਤਰ੍ਹਾਂ ਕੀਤੀ ਹੋਵੇਗੀ। ਤੁਹਾਡਾ ਹਰੇਕ ਪੇਪਰ ਹੈ ਜਿਹੜਾ ਉਹ 80 ਨੰਬਰ ਦਾ ਹੋਏਗਾ। ਉਸ ਦੇ ਵਿੱਚ ਜਿਹੜਾ 60 ਨੰਬਰ ਦਾ ਪੇਪਰ ਆ ਉਹ ਬਾਹਰੀ ਪ੍ਰੀਖਿਆ ਹੋਏਗੀ, ਜਿਹਨੂੰ ਅਸੀਂ ਐਕਸਟਰਨਲ ਐਗਜ਼ਾਮੀਨੇਸ਼ਨ ਵੀ ਕਹਿੰਦੇ ਆ, ਜਾਂ ਜਿਹੜੀ ਸਮੈਸਟਰ ਦੇ ਅਖੀਰ ਵਿੱਚ ਲਈ ਜਾਂਦੀ ਹੈ। ਤੇ ਜਿਹੜਾ 20 ਨੰਬਰ ਦਾ ਪੇਪਰ ਹੈ ਉਹ ਅੰਦਰੂਨੀ ਪ੍ਰੀਖਿਆ ਹੋਏਗੀ, ਤੇ ਜਿਸ ਨੂੰ ਅਸੀਂ ਇੰਟਰਨਲ ਅਸੈਸਮੈਂਟ ਵੀ ਕਹਿੰਦੇ ਆ। ਜਿਹੜੀ ਤੁਹਾਡੇ ਲਈ ਖਾਸ ਗੱਲ ਹੈ, ਧਿਆਨ ਦੇਣ ਵਾਲੀ ਗੱਲ ਆ, ਉਹ ਇਹ ਹੈ ਕਿ ਬਾਹਰੀ ਪ੍ਰੀਖਿਆ ਦੀ ਤਰ੍ਹਾਂ ਅੰਦਰੂਨੀ ਪ੍ਰੀਖਿਆ ਵੀ ਉਨੀ ਹੀ ਮਹੱਤਵਪੂਰਨ ਹੈ। ਜੇਕਰ ਕੋਈ ਵਿਦਿਆਰਥੀ ਅੰਦਰੂਨੀ ਪ੍ਰੀਖਿਆ ਦਾ ਪੇਪਰ ਨਹੀਂ ਦਿੰਦਾ ਤਾਂ ਉਸਦੇ ਅੰਕ ਜਿਹੜੇ ਉਹ ਨਹੀਂ ਲਗਾਏ ਜਾਣਗੇ। ਅੰਦਰੂਨੀ ਪ੍ਰੀਖਿਆ ਕਿਵੇਂ ਲਈ ਜਾਏਗੀ? ਅੰਦਰੂਨੀ ਪ੍ਰੀਖਿਆ ਲੈਣ ਲਈ ਤੁਹਾਡਾ ਗੂਗਲ ਟੈਸਟ ਲਿਆ ਜਾਏਗਾ, ਜਿਹੜਾ ਕਿ ਆਨਲਾਈਨ ਵਿਧੀ ਰਾਹੀਂ ਲਿਆ ਜਾਏਗਾ। ਉਸ ਟੈਸਟ ਦੇ ਵਿੱਚ ਤੁਹਾਨੂੰ 20 ਨੰਬਰ ਦੇ ਸਵਾਲ ਪੁੱਛੇ ਜਾਣਗੇ ਤੇ ਤੁਸੀਂ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਹੋਣਗੇ। ਇਹ ਸਵਾਲ ਆਬਜੈਕਟਿਵ ਟਾਈਪ ਹੋਣਗੇ, ਭਾਵ ਇੱਕ ਸਵਾਲ ਦੇ 4 ਉੱਤਰ ਹੋਣਗੇ ਤੇ ਜਿਹੜਾ ਸਹੀ ਉੱਤਰ ਹੋਏਗਾ ਤੁਸੀਂ ਉਸ ਨੂੰ ਕਲਿੱਕ ਕਰਨਾ ਹੋਏਗਾ। ਜਿੰਨੇ ਜਵਾਬ ਤੁਸੀਂ ਸਹੀ ਦਿਓਗੇ ਤੇ ਉਹਨਾਂ ਦੇ ਆਧਾਰ ਤੇ ਜਿੰਨੇ ਅੰਕ ਤੁਸੀਂ ਪ੍ਰਾਪਤ ਕਰੋਗੇ ਉਹ ਤੁਹਾਡੀ ਇੰਟਰਨਲ ਅਸੈਸਮੈਂਟ ਹੋਵੇਗੀ। ਤੇ ਜਿਹੜੀ ਬਾਹਰੀ ਪ੍ਰੀਖਿਆ ਹੈ ਉਹ ਤੁਸੀਂ ਜਦੋਂ ਤੁਹਾਡੀ ਸਮੈਸਟਰ ਦੇ ਜਦੋਂ ਅਖੀਰ ਵਿੱਚ ਲਈ ਜਾਏਗੀ, ਉਹਦੇ ਜਿਹੜੇ ਅੰਕਾਂ ਦੀ ਵੰਡ ਹੈ ਉਹ ਭਾਗ ਊੜਾ, ਭਾਗ ਆੜਾ ਤੇ ਭਾਗ ਈੜੀ ਦੇ ਵਿੱਚ ਜਿਹੜੀ ਉਹ 60 ਨੰਬਰ ਦੇ ਹਿਸਾਬ ਨਾਲ ਵੰਡੀ ਹੋਈ ਹੈ। ਐਮਏ ਪੰਜਾਬੀ ਦੇ ਇਸ 5ਵੇਂ ਪੇਪਰ ਭਾਵ ਆਧੁਨਿਕ ਪੰਜਾਬੀ ਗਲਪ ਵਾਲੇ ਪੇਪਰ ਦੇ ਸਿਲੇਬਸ ਨੂੰ ਤੇ ਇਹਦੇ ਨਾਲ ਸੰਬੰਧਿਤ ਹੈ ਜਿਹੜੇ ਆਪਣੇ ਅੰਕਾਂ ਦੀ ਵੰਡ ਹੈ ਉਸ ਨੂੰ ਸਮਝਾਉਣ ਤੋਂ ਬਾਅਦ ਮੈਂ ਤੁਹਾਨੂੰ ਕਹਾਂਗੀ ਕਿ ਜਿਹੜੇ ਇਹਦੇ ਨਾਲ ਸੰਬੰਧਿਤ ਲੈਸਨ ਨੇ ਉਹਨਾਂ ਨੂੰ ਤੁਸੀਂ ਜਿਹੜੀ ਸਾਡੀ ਵਿਭਾਗ ਦੀ ਵੈਬਸਾਈਟ ਹੈ ਉਹ ਤੋਂ ਡਾਊਨਲੋਡ ਕਰ ਲੈਣਾ ਹੈ। ਮੈਂ ਹੁਣ ਸਿਲੇਬਸ ਨਾਲ ਸੰਬੰਧਿਤ ਪਾਠ ਸਮੱਗਰੀ ਬਾਰੇ ਸਮਝਾਉਣ ਤੋਂ ਬਾਅਦ ਇਹ ਹੁਣ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਐਮਏ ਪੰਜਾਬੀ ਭਾਗ ਪਹਿਲਾ ਤੋਂ ਹੀ ਗੰਭੀਰਤਾ ਨਾਲ ਪੜ੍ਹਨਾ ਸ਼ੁਰੂ ਕਰ ਦੇਵੋਗੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ।